आई फ्लू ਨੂੰ ਲੈ ਕੇ ਲਗਾਤਾਰ ਜਿਹੜੇ ਮਾਮਲੇ ਆ ਉਹ ਸਾਹਮਣੇ ਆ ਰਹੇ। ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਸਰਕਾਰੀ ਹਸਪੀਟਲ 'ਚ ਕਈ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਜਿਹਨੂੰ ਲੈ ਕੇ ਚਾਹੇ ਉਹ ਬਜ਼ੁਰਗ ਹੋਵੇ, ਚਾਹੇ ਉਹ ਛੋਟੇ ਬੱਚੇ ਹੋਣ, ਆਈ ਫਲੂ ਨੂੰ ਲੈ ਕੇ ਕਾਫੀ ਦਿੱਕਤਾਂ ਸਾਹਮਣੇ ਆ ਰਹੀਆਂ। ਅਸੀਂ ਕੋਸ਼ਿਸ਼ ਕੀਤੀ ਹੈ ਜਿਹੜੇ ਸੀਨੀਅਰ ਡਾਕਟਰਸ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਕਿ ਆਖਿਰ ਇਹਦੀ ਕੀ ਪ੍ਰੀਕਾਸ਼ਨ ਹੈ, क्योंकि खास तौर पर देखा गया है कि ये जो आई फ्लू हुण चल रहा है ये पूरे परिवार के लोग भी आ रहे हैं और इस तो किस तरह बचाव असी करना है, किस तरह असी सावधानी जी करनी है वो बहुत ज़रूरी हो जाता है। क्योंकि लगातार जो केसिज आ रहे हैं, जो डॉक्टर्स ने भी जानकारी दी है कि बहुत सारे केसिज जोड़े हैं लगातार पिछले दिनों तो आ रहे हैं जिन्होंने लैके अलग तो वार्ड्स जोड़े हैं IOPD के नाल अलग तो वार्ड्स जोड़े हैं उन्होंने बनाया गया है कि ਜਿਹੜੇ ਪੇਸ਼ੈਂਟਸ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ। ਸਰਕਾਰੀ ਹਸਪਤਾਲ ਦੇ ਨਾਲ ਹੋਰ ਵੀ ਕਈ ਜਿਹੜੇ ਅਰੇਂਜਮੈਂਟਸ ਸੀਨੀਅਰ ਡਾਕਟਰਸ ਵੱਲੋਂ ਕੀਤੇ ਗਏ ਨੇ। ਸਾਡੇ ਨਾਲ ਸੀਨੀਅਰ ਡਾਕਟਰਸ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਮੈਮ, ਜਿਸ ਤਰ੍ਹਾਂ ਇਹ ਕੇਸਿਸ ਲਗਾਤਾਰ ਆ ਰਹੇ ਆਈ ਫਲੂਜ਼ ਦੇ, ਕਿਸ ਤਰ੍ਹਾਂ ਦੀ ਸਾਵਧਾਨੀ ਜਿਹੜੀ ਹੈ ਉਹ ਵਰਤਣੀ ਚਾਹੀਦੀ ਹੈ, ਸਿੰਪਟਮਸ ਕੀ? ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਬਲਵਿੰਦਰ, ਮੈਂ DH ਮੋਹਾਲੀ 'ਚ ਐਜ਼ ਆਈ ਸਪੈਸ਼ਲਿਸਟ ਕੰਮ ਕਰ ਰਹੀ ਹਾਂ। ਤੇ ਪਿਛਲੇ ਥੋੜੇ ਦਿਨਾਂ ਤੋਂ ਆਲਮੋਸਟ ਆਪਾਂ ਹਫਤਾ ਲਗਾ ਕੇ ਕਹਿ ਸਕਦੇ ਹਾਂ ਕਿ ਪੇਸ਼ੈਂਟ ਜਿਹੜੇ ਹੈਗੇ ਕੰਜੰਕਟਿਵਾਈਟਿਸ ਦੇ ਉਹਨਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਉਹ OPD 'ਚ ਲਗਾਤਾਰ ਸਾਡੇ ਕੋਲ ਮੋਸਟਲੀ ਅਸੀਂ ਉਹੀ ਮਰੀਜ਼ ਦੇਖ ਰਹੇ ਹਾਂ ਤੇ ਦੋ ਤਿੰਨ ਦਿਨ ਤੋਂ ਇਹ ਕਾਫੀ ਜ਼ਿਆਦਾ ਮਾਤਰਾ 'ਚ ਪੇਸ਼ੈਂਟ ਆਣੇ ਸ਼ੁਰੂ ਹੋ ਗਏ ਹੈ। ਇਸ ਦੀ ਮੇਨ ਚੀਜ਼ ਹੈ ਕਿ ਅਸੀਂ ਬਾਰ-ਬਾਰ ਆਪਣਾ ਆਈਜ਼ ਨੂੰ ਟੱਚ ਕਰ ਰਹੇ ਹਾਂ। ਕੋਈ ਇਨਫੈਕਟਿਵ ਪੇਸ਼ੈਂਟ ਹੈ ਆਪਣੀ ਆਈਜ਼ ਨੂੰ ਟੱਚ ਕਰ ਰਿਹਾ, ਦੂਜੀ ਜਗ੍ਹਾ ਲਗਾ ਰਿਹਾ ਤੇ ਮੇਨ ਕਾਰਨ ਹੈ ਕਿ ਆਪਣਾ ਫੋਮਾਈਟਸ ਨਾਲ ਉਹ ਚੀਜ਼ਾਂ ਫੈਲ ਰਹੀਆਂ ਬੇਸਿਕਲੀ। ਤੇ ਪੇਸ਼ੈਂਟ ਹੈਗੇ ਇਨਫੈਕਟਿਵ ਹੈ ਤੇ ਉਹਨਾਂ ਨੂੰ ਡਾਰਕ ਗੋਗਲਸ ਥੋੜਾ ਯੂਜ਼ ਕਰਨ ਨੂੰ, ਸਾਰਾ ਬੇਸਿਕਲੀ ਸੈਨੀਟਾਈਜ਼ ਕਰਨ ਆਪਣੇ ਹੈਂਡਸ ਤੇ ਸਰਫੇਸ ਦਾ, ਬੇਸਿਕਲੀ ਪ੍ਰੀਕਾਸ਼ਨਸ ਇਹੀ ਹੈ ਮੇਨ। ਥੋੜਾ ਜਿਹਾ ਦਿਖਾ ਦੋਗੇ ਕਿਹੜੇ ਕਿੱਥੇ ਜਿਹੜੇ ਵਾਰਡਸ ਹਨ ਤੁਸੀਂ ਬਣਾਏ ਗਏ ਹੋ? ਔਰ ਮੈਮ ਇੱਕ ਸਵਾਲ ਹੋਰ ਇਹਦੇ ਵਿੱਚ ਬਣਦਾ ਹੈ ਕਿ ਆਖਿਰ ਰੀਜ਼ਨ ਕੀ ਰਹਿੰਦਾ ਹੈ ਕਿ ਆਈ ਫਲੂ ਦੀ ਜਿਹੜਾ ਇਹ ਇਨਫੈਕਟਿਡ ਜਿਹੜਾ ਚੱਲ ਰਿਹਾ? बेसिकली रीज़न यही है कि बहुत ही कंटेजियस डिजीज़ है बेसिकली कि अगर एक फैमिली किसी ਨੂੰ ਇੱਕ ਮੈਂਬਰ ਨੂੰ ਹੋ ਰਿਹਾ ਤੇ ਉਹ ਸਾਰਿਆਂ ਨੂੰ ਇਨਫੈਕਸ਼ਨ ਕਰ ਰਿਹਾ ਤੇ ਹੋਲ ਆਫ ਦਾ ਫੈਮਿਲੀਜ਼ ਦੇ ਆਰ ਕਮਿੰਗ ਟੂ ਫॉर ਟ੍ਰੀਟਮੈਂਟ ਸਾਡੇ ਕੋਲ। ਤੇ ਮੇਨਲੀ ਇਸ ਲਈ ਅਸੀਂ ਫਿਰ ਇੱਕ ਸੈਪਰੇਟ ਸੈਕਸ਼ਨ ਸਟਾਰਟ ਕੀਤਾ ਹੈ ਕਿ ਸੈਕਸ਼ਨ ਹਾਂਜੀ ਇਹ IOPD ਲਈ ਅਸੀਂ ਅੱਜ ਸਟਾਰਟ ਕੀਤਾ ਹੈ ਤੇ ਇਹਦੇ ਵਿੱਚ ਬੇਸਿਕਲੀ ਅਸੀਂ ਜਿਹੜੇ ਇਨਫੈਕਸ਼ਨ ਵਾਲੇ ਰੈੱਡ ਆਈ ਵਾਲੇ ਪੇਸ਼ੈਂਟ ਹੈ ਬੇਸਿਕਲੀ ਉਹ ਅਸੀਂ ਕਮਰੇ 'ਚ ਡਾਇਰੈਕਟਲੀ ਇੱਥੇ ਡੀਲ ਕਰ ਰਹੇ ਹਾਂ ਤਾਂ ਕਿ ਬਾਕੀ ਸਾਰੇ ਅਸੀਂ ਸੈਪਰੇਟ ਰੱਖ ਸਕੀਏ ਪੇਸ਼ੈਂਟਸ ਨੂੰ। ਠੀਕ ਹੈ ਮੈਮ, ਸਿੰਪਟਮਸ ਜੇ ਆਪਾਂ ਗੱਲ ਕਰੀਏ ਕਿ ਸਿੰਪਟਮਸ ਕਿਸ ਤਰ੍ਹਾਂ ਦੇ ਹੁੰਦੇ ਨੇ? ਕਿ ਬੇਸਿਕਲੀ ਪੇਸ਼ੈਂਟ ਨੂੰ ਰੈੱਡ ਆਈ ਨਾਲ ਹੀ ਸਾਰੇ ਪੇਸ਼ੈਂਟ ਆ ਰਹੇ ਹੈ, ਥੋੜਾ ਡਿਸਚਾਰਜ ਹੈਗਾ ਤੇ ਵਾਟਰਿੰਗ ਹੈਗੀ, ਥੋੜਾ ਪੇਨ ਕਹਿ ਲਓ ਆਪ। ਠੀਕ ਹੈ ਤੇ ਬੇਸਿਕਲੀ ਬਟ ਅੱਛਾ ਪੁਆਇੰਟ ਇਹ ਹੈ ਕਿ 2-3 ਦਿਨ 'ਚ ਪੇਸ਼ੈਂਟ ਐਂਟੀਬਾਇਓਟਿਕ ਵਗੈਰਾ ਆਪਾਂ ਦੇ ਰਹੇ ਹਾਂ ਤੇ CMC ਜੋ TS ਵਗੈਰਾ ਦੇ ਰਹੇ ਉਹਦੇ ਨਾਲ ਸੈਟਲ ਹੋ ਰਹੇ ਹੈ। ਥੋੜੇ ਬਹੁਤ ਪੇਸ਼ੈਂਟ ਹੈ ਜਿਹੜੇ ਵਾਇਰਲ ਹੈ, ਥੋੜੇ ਜ਼ਿਆਦਾ ਉਹਨਾਂ ਨੂੰ ਟ੍ਰੀਟਮੈਂਟ ਚਾਹੀਦੀ ਤੇ ਉਹਨਾਂ ਨੂੰ ਫਿਰ ਆਪਾਂ ਸੈਪਰੇਟ ਕਰਕੇ ਕਲੋਜ਼ਲੀ ਫਾਲੋ ਅਪ ਕਰਕੇ ਉਹਨਾਂ ਨੂੰ ਮੈਨੇਜ ਕਰ ਰਹੇ ਹਾਂ। ਉਹਨਾਂ ਨੂੰ ਵੀ ਪ੍ਰੋਬਲਮ ਹੈ ਜਿਨ੍ਹਾਂ ਦੀ ਅੱਖ ਪਹਿਲਾਂ ਤੋਂ ਖਰਾਬ ਹੈ ਜਾਂ ਕਿਸੇ ਦਾ ਆਪਰੇਸ਼ਨ ਹੋਇਆ ਉਹਨਾਂ ਨੂੰ? ਨਹੀਂ, ਇਹ ਮਿਕਸਡ ਪਿਕਚਰ ਹੈ, ਇਹਦੇ 'ਚ ਆਪਾਂ ਡਿਸਟਿੰਗੁਇਸ਼ ਨਹੀਂ ਕਰ ਸਕਦੇ ਬਿਕੋਜ਼ ਇਟ ਇਜ਼ ਕੰਟੇਜੀਅਸ ਓਨਲੀ ਤੇ ਆਪਾਂ ਨੂੰ ਬੇਸਿਕਲੀ ਇਹ ਹੈ ਕਿ ਪ੍ਰੀਕਾਸ਼ਨਸ ਹੀ ਲੈਣੀਆਂ ਪੈਣੀਆਂ ਮੇਨਲੀ। ਪ੍ਰੀਕਾਸ਼ਨ ਕਿਸ ਤਰ੍ਹਾਂ ਦੀ ਅਜੇ ਆਪਾਂ? ਪ੍ਰੀਕਾਸ਼ਨਸ ਮੇਨਲੀ ਹੈ ਕਿ ਬਸ ਆਈਜ਼ को अपने फेस पे टच नहीं करना बेसिकली ਤੇ ਦੂਜਾ ਚੀਜ਼ ਹੈਗਾ ਕਿ ਤੁਹਾਡੇ ਫੋਮਾਈਟਸ ਹੈ ਤੇ ਉਹ ਤੁਸੀਂ ਇੱਕ ਦੂਜੇ ਦੇ ਟੱਚ ਨਹੀਂ ਕਰਨੇ, ਯੂਜ਼ ਨਹੀਂ ਕਰਨਾ। ਫ੍ਰੀਕੁਐਂਟ ਹੈਂਡ ਵਾਸ਼ਿੰਗ ਹੈ ਮੇਨਲੀ, ਹੈ ਨਾ। ਤੇ ਅਗਰ ਤੁਹਾਡੀ ਹੋ ਹੀ ਗਿਆ ਕੰਜੰਕਟਿਵਾਈਟਿਸ ਤੇ ਪ੍ਰੋਪਰ ਐਜ਼ ਡਾਕਟਰ ਐਡਵਾਈਸ ਕਰਦੇ ਆ ਉਹਦੀ ਟ੍ਰੀਟਮੈਂਟ ਲੈਣੀ ਹੈ ਤੇ ਬਾਕੀ ਆਪਣੇ ਥੋੜੇ ਹੈਂਡਸ ਨੂੰ ਸੈਨੀਟਾਈਜ਼ ਕਰਦੇ ਰਹਿਣਾ ਤੇ ਗੋਗਲਸ ਯੂਜ਼ ਕਰ ਲਓ ਪ੍ਰੈਫਰੇਬਲੀ ਤਾਂ ਕਿ ਆਈਜ਼ ਤੇ ਬਾਰ-ਬਾਰ ਅਸੀਂ ਟੱਚ ਨਾ ਕਰੀਏ। ਤੇ ਮੈਮ ਏਜ ਲਿਮਿਟ ਵੀ ਇਹਦੇ ਵਿੱਚ ਹੈਗੀ ਹੈ ਕਿ ਜ਼ਿਆਦਾਤਰ ਛੋਟੇ ਬੱਚੇ ਜਾਂ ਫਿਰ ਬਜ਼ੁਰਗ ਜਾਂ ਇਸ ਤਰ੍ਹਾਂ ਦੀ? ਨਹੀਂ, ਮਿਕਸਡ ਪਿਕਚਰ ਹੈ ਇਹਦੇ 'ਚ। ਮੋਸਟਲੀ ਹੈ ਕਿ ਅਗਰ ਫੈਮਿਲੀ 'ਚ ਇੱਕ ਮੈਂਬਰ ਨੂੰ ਹੋ ਰਿਹਾ ਤੇ ਹੋਲ ਆਫ ਦਾ ਫੈਮਿਲੀ ਇਜ਼ ਗੈਟਿੰਗ ਇਨਵੋਲਵਡ। ਤੇ ਮੈਮ ਇਹ ਟੱਚ ਕਰਨ ਨੂੰ ਹੋ ਰਿਹਾ ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਇੱਕ ਮੈਂਬਰ ਨੂੰ ਹੋ ਗਿਆ ਤਾਂ ਸਾਰਿਆਂ ਨੂੰ ਬੇਸਿਕਲੀ ਟੱਚ ਨਾਲ ਹੀ ਹੋ ਰਿਹਾ ਕਿ ਅਗਰ ਅਸੀਂ ਆਪਣੇ ਹੱਥ ਇਨਫੈਕਟਿਵ ਪੇਸ਼ੈਂਟ ਦੇ ਲਗਾ ਰਹੇ ਹਾਂ ਤੇ ਉਹ ਹੀ ਆਈ ਆਪਣਾ ਆਈ ਤੇ ਟੱਚ ਕਰ ਰਹੇ ਹਾਂ, ਹੈ ਨਾ। ਤੇ ਉਹ ਅਗਰ ਆਪਣੇ ਟਾਵਲ ਯੂਜ਼ ਕਰ ਲਿਆ, ਹੈਂਕੀ ਯੂਜ਼ ਕਰ ਲਿਆ ਤੇ ਬੇਸਿਕਲੀ ਆਪਣੀ ਸਿਰਫ ਹੈਂਡ ਹਾਈਜੀਨ ਹੈਗਾ ਤੇ ਆਪਣਾ ਆਈਜ਼ ਨੂੰ ਆਪਾਂ ਟੱਚ ਨਾ ਕਰੀਏ ਤੇ ਅਗਰ ਹੋ ਗਿਆ ਇਨਫੈਕਸ਼ਨ ਤੇ ਗੋਗਲਸ ਯੂਜ਼ ਕਰ ਲਓ। ਤੇ ਮੈਮ ਪੂਰਾ ਰਿਕਾਰਡ ਵੀ ਜਿੱਦਾਂ ਤੁਸੀਂ ਕਿਹਾ ਲਗਾਤਾਰ ਹੁਣ ਕੇਸਿਸ ਜਿਹੜੇ ਮੇਨਟੇਨ, ਹਾਂਜੀ ਡੇਲੀ ਅਸੀਂ ਉਹੀ ਰਿਕਾਰਡ ਮੇਨਟੇਨ ਕਰ ਰਹੇ ਹਾਂ ਸਾਰੇ। ਇਹ ਸਾਰੇ ਸਾਡੇ ਅਲੱਗ ਡਿਫਰੈਂਟ ਪੇਸ਼ੈਂਟ ਹੈਗੇ ਜਿਹੜੇ OPD ਸਾਰੇ ਇਨਫੈਕਟਿਵ ਪੇਸ਼ੈਂਟਸ ਆ ਰਹੇ ਹਨ। ਓਕੇ ਮੈਮ, ਕੁਝ ਐਮਰਜੈਂਸੀ ਦੀ ਵੀ ਕੇਸਿਸ ਇਸ ਤਰ੍ਹਾਂ ਦੇ ਸਾਹਮਣੇ ਆ ਰਹੇ ਜਿਹਨੂੰ ਲੈ ਕੇ ਕਾਫੀ ਪ੍ਰੋਬਲਮਸ, ਇਹਨਾਂ ਨੂੰ ਐਡਮਿਟ ਵੀ ਐਮਰਜੈਂਸੀ 'ਚ ਵੀ ਸਾਨੂੰ ਉਹੀ ਡਿਫਰੈਂਟ ਕਾਲਸ ਆਉਂਦੀਆਂ ਕਿ ਸਾਰੇ ਰੈੱਡ ਆਈ ਨਾਲ ਹੀ ਪੇਸ਼ੈਂਟ ਆ ਰਹੇ ਮੇ ਵੀ ਥੋੜੇ ਇਨਫੈਕਟਿਵ ਜ਼ਿਆਦਾ ਹੁੰਦੇ ਆ ਬਟ ਅਦਰਵਾਈਜ਼ ਸੇਮ ਹੀ ਹਰ ਪੇਸ਼ੈਂਟ ਦੀ ਸੇਮ ਪਿਕਚਰ ਹੈਗੀ। ਖਾਣ ਪੀਣ ਨੂੰ ਵੀ ਤੁਸੀਂ ਕੁਝ ਸਲਾਹ ਦਿੰਦੇ ਹੋ ਜਾਂ ਐਂਟੀਬਾਇਓਟਿਕਸ ਦੇ ਨਾਲ? ਨਹੀਂ, ਡਾਈਟ ਦੀ ਐਂਟੀਬਾਇਓਟਿਕ ਸਾਨੂੰ ਅਸੀਂ ਟੌਪੀਕਲੀ ਦੇ ਰਹੇ ਹਾਂ, ਆਈ ਡ੍ਰੌਪਸ ਵਗੈਰਾ ਉਹਦੇ ਨਾਲ ਹੀ ਪੇਸ਼ੈਂਟ ਠੀਕ ਹੋ ਰਹੇ ਆ ਤੇ ਪ੍ਰੋਪਰ ਆਪਣੀ ਡਾਈਟ ਤਾਂ ਪ੍ਰੋਪਰ ਰੱਖਣੀ ਹੈ ਸਾਰੇ ਨੇ। ਤੇ ਅੱਖਾਂ ਜੀ ਬਾਈ ਚਾਂਸ ਕੋਈ ਹੈਗੀ ਹੈ ਇਸ ਤਰ੍ਹਾਂ ਦੀ ਫਲੂ ਹੈ ਤਾਂ ਅੱਖਾਂ ਨੂੰ ਤੁਸੀਂ ਗੂਗਲਸ ਵਗੈਰਾ ਜਾਂ? ਹਾਂ, ਡਾਰਕ ਗੋਗਲਸ ਹੈ, ਤੁਸੀਂ ਉਹ ਥੋੜਾ ਪ੍ਰੋਟੈਕਟਿਵ ਮੈਜਰਸ ਹੈਗਾ ਕਿ ਅਸੀਂ ਉਹਨਾਂ ਨੂੰ ਬਾਰ-ਬਾਰ ਟੱਚ ਨਾ ਕਰੀਏ ਤੇ ਪੇਸ਼ੈਂਟ ਨੂੰ ਥੋੜਾ ਕੰਫਰਟੇਬਲ ਹੋ ਜਾਂਦਾ ਹੈ
ਤੇ ਅਗਰ ਕਿਸੇ ਨੂੰ ਹੋ ਰਿਹਾ ਇਨਫੈਕਸ਼ਨ ਹੋ ਰਹੀ ਹੈ ਤੇ ਉਹ ਫਿਰ ਆਪਣੇ ਡਾਰਕ ਗੋਗਲਸ ਵਗੈਰਾ ਯੂਜ਼ ਕਰ ਸਕਦੇ ਕਿੰਨੇ ਦਿਨਾਂ ਦਾ ਇਹ ਪੂਰਾ ਜਿਹੜਾ ਹੈਗਾ ਅਫੈਕਟਡ? ਆਲਮੋਸਟ ਇਹਦੇ ਚ ਇਹ ਪੋਜ਼ਿਟਿਵ ਪੁਆਇੰਟ ਇਹ ਹੈ ਕਿ ਆਲਮੋਸਟ ਜਿਹੜੇ ਸਾਰੇ ਕੰਜੰਕਟਿਵਾਈਟਿਸ ਹੈ ਆਲਮੋਸਟ 2-3 ਡੇਜ਼ ਚ ਸੈਟਲ ਹੋ ਰਹੇ ਆ। ਠੀਕ ਹੈ। ਹਾਂਜੀ, ਬਟ ਉਹ ਇਹ ਹੈ ਕਿ ਥੋੜਾ ਮੇਬੀ ਥੋੜੇ ਵਾਇਰਲ ਕੇਸਿਸ ਹੈ ਉਹ ਥੋੜਾ ਲੌਂਗ ਡਿਊਰੇਸ਼ਨ ਦੇ ਹੋਣਗੇ, ਬਟ ਅਦਰਵਾਈਜ਼ ਇਹ ਆਪਣਾ ਹੈ ਕਿ ਥੋੜਾ ਸੈਟਲ ਜਲਦੀ ਹੋ ਜਾਏ। ਰੀਜ਼ਨ ਕੀ ਹੈ ਕਿ ਇਸ ਟਾਈਮ 'ਚ ਕਾਫੀ ਜ਼ਿਆਦਾ ਇਹ ਵਾਇਰਲ ਹੋ ਰਿਹਾ ਹੈ? ਕੁਝ ਕੋਈ ਇਸ ਤਰ੍ਹਾਂ ਦਾ ਕੋਈ ਰੇਨੀ ਸੀਜ਼ਨ ਜਾਂ ਇਸ ਤਰ੍ਹਾਂ ਦਾ ਕੋਈ ਹੁੰਦਾ ਹੈ? ਹਾਂ, ਵੀ ਕੈਨ ਸੇ ਦੈਟ ਕਿਉਂਕਿ ਅਸੀਂ ਓਪੀਡੀ ਚ ਪਹਿਲਾਂ ਐਵੇਂ ਦਾ ਕਦੇ ਵੀ ਇੰਨੇ ਕੇਸਿਸ ਨਹੀਂ ਦੇਖੇ। ਆਲਮੋਸਟ ਅਗਰ ਆਪਾਂ ਓਪੀਡੀ ਇਸ ਟਾਈਮ ਤੇ ਵੀ ਸੀਜ਼ਨ ਵਾਲੀ ਓਪੀਡੀ ਵੀ ਕਰ ਰਹੇ ਹਾਂ ਤੇ ਉਹਦੇ ਚੋਂ ਵੀ ਆਲਮੋਸਟ ਅਗਰ 100 ਪੇਸ਼ੈਂਟ ਦੇਖ ਰਹੇ ਉਹਦੇ ਚੋਂ ਵੀ ਚਲੋ ਆਲਮੋਸਟ 5-10 ਪੇਸ਼ੈਂਟਸ ਹੁੰਦੇ ਸੀ ਕੰਜੰਕਟਿਵਾਈਟਿਸ ਦੇ। ਤੇ ਹੁਣ ਜ਼ਿਆਦਾ ਕਿਉਂ ਹੈ ਰੀਜ਼ਨ? ਰੀਜ਼ਨ ਇਹ ਹੈ ਕਿ ਇੱਕ ਤਾਂ ਇੱਕਦਮ ਹਾਈਲੀ ਕੰਟੇਜੀਅਸ ਚੀਜ਼ ਹੈਗੀ ਹੈ ਤੇ ਦੂਜਾ ਮੇਬੀ ਜੋ ਸਾਰਾ ਹੋਇਆ ਦੇ ਲਾਸਟ ਟਾਈਮ ਜਿਹੜਾ ਫਲੱਡ ਵਗੈਰਾ ਸਿਚੁਏਸ਼ਨ ਹੋਈ ਹੈ, ਦੈਟ ਕੈਨ ਬੀ ਦ ਰੀਜ਼ਨ। ਯੈਸ ਦੈਟ ਕੈਨ ਬੀ। ਜ਼ਿਆਦਾਤਰ ਕੇਸਿਸ ਜਿਹੜੇ ਹੈਗੇ ਕੋਈ ਸਲਮ एरिया ਦਾ ਜਾਂ मिक्स ही ਜਿਹੜੇ मिक्स पिक्चर है, मिक्स पिक्चर एक्चुअली इसमें मतलब स्लम्स में तो वही है ना कि अगर अब दे आर इन क्लोज्ड एरिया तो वो तो पूरे इनफेक्ट हो ही रहे हैं बेसिकली, तो अर्बन एरियाज आल्सो नॉट स्पेयर्ड ਉਹਦੇ ਚ ਵੀ ਆ ਹੀ ਰਹੇ ਆ ਸਾਰੇ ਪੇਸ਼ੈਂਟ। ਹਾਂਜੀ ਤੇ ਬਿਲਕੁਲ ਜਿੱਦਾਂ ਸੀਨੀਅਰ ਡਾਕਟਰਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਿਸ ਤਰ੍ਹਾਂ ਸਾਵਧਾਨੀ ਲੈਣੀ। ਔਰ ਦੂਜੀ ਗੱਲ, ਜਿਹੜੇ ਇੱਕ ਬੰਦੇ ਦੇ ਕਿਸੇ ਪਰਿਵਾਰ ਦੇ ਹੋਇਆ ਹੈ ਤਾਂ ਤੁਸੀਂ ਬਹੁਤ ਧਿਆਨ ਰੱਖਣਾ ਹੈ ਕਿਉਂਕਿ ਪੂਰੇ ਪਰਿਵਾਰ ਨੂੰ ਹੋ ਸਕਦਾ ਹੈ ਟੱਚ ਕਰਨ ਤੇ ਬਾਰ-ਬਾਰ ਜਿਹੜਾ ਤੁਹਾਨੂੰ ਲੱਗ ਰਿਹਾ ਹੈ ਕਿ ਆਈ ਸੀ ਪ੍ਰੋਬਲਮ ਹੈ ਜਾਂ ਰੈੱਡ ਹੋ ਰਹੀ ਆਈ ਤਾਂ ਤੁਸੀਂ ਬਾਰ-ਬਾਰ ਟੱਚ ਨਾ ਕਰੋ। ਇਹ ਬਹੁਤ ਜ਼ਰੂਰੀ ਹੈ। ਨਾਲ ਦੇ ਨਾਲ ਤੁਸੀਂ ਡਾਕਟਰਸ ਨੂੰ ਕੰਸਲਟ ਕਰੋ। ਸਰਕਾਰੀ ਹਸਪੀਟਲ 'ਚ ਹੁਣ ਅਲੱਗ ਤੋਂ ਵਾਰਡਸ ਜਿਹੜੇ ਹੈ ਉਹਨਾਂ ਨੂੰ ਬਣਾਇਆ ਗਿਆ ਹੈ। ਸੀਨੀਅਰ ਡਾਕਟਰਸ ਦੇ ਨਾਲ ਹੋਰ ਵੀ ਜਿਹੜੇ ਸਟਾਫ ਹੈ ਲਗਾਤਾਰ ਇਹਦੇ ਵਿੱਚ ਕੰਮ ਕਰ ਰਿਹਾ। ਮੋਹਾਲੀ ਤੋਂ ਕੈਮਰਾਮੈਨ ਸਰਨਪ੍ਰੀਤ ਸਿੰਘ ਨਾਲ ਮਨੋਜ। तो बिल्कुल लगातार जिस तरह की सिचुएशन हुण चल रही है, लगातार ਜਿਹੜੇ ਕੇਸਿਸ 'ਚ ਵਾਧਾ ਹੋ ਰਿਹਾ, ਆਈ ਫਲੂਜ਼ ਦੇ ਖਾਸ ਕਰ ਜਿਹੜੇ ਕੇਸਿਸ ਆ ਰਹੇ ਹਨ ਉਹਦੇ ਵਿੱਚ ਕਈ ਚੀਜ਼ਾਂ ਦਾ ਧਿਆਨ ਅਸੀਂ ਰੱਖਣਾ ਹੈ ਤੇ ਲਗਾਤਾਰ ਡਾਕਟਰਸ ਵੀ ਕੰਸਲਟ ਕਰ ਰਹੇ, ਲਗਾਤਾਰ ਹੋਰ ਵੀ ਵਾਰਡ ਜਿਹੜੇ ਆ ਬਣਾਏ ਗਏ ਨੇ ਜਿਹਨੂੰ ਲੈ ਕੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ। ਮੋਹਾਲੀ ਤੋਂ ਕੈਮਰਾਮੈਨ ਸਰਨਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।